ਹੈਲੋ ਡੀਅਰ ਸਟੂਡੈਂਟ, ਪਹਿਲਾਂ ਅਸੀਂ +1 ਜਮਾਤ ਦੀ ਪੁਸਤਕ ਮੜੀ ਦਾ ਦੀਵਾ ਦੇ ਕਾਂਡ ਨੰਬਰ 3 ਦੇ ਪੇਜ ਨੰਬਰ 19 ਤੋਂ ਲੈ ਕੇ 23 ਤੱਕ ਦੀ ਰੀਡਿੰਗ ਕਰ ਚੁੱਕੇ ਹਾਂ ਅਤੇ ਹੁਣ ਨੈਕਸਟ ਅਸੀਂ ਪੇਜ ਨੰਬਰ 24, 25 ਅਤੇ 26 ਦੀ ਰੀਡਿੰਗ ਕਰਨੀ ਹੈ। ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੇਜ ਨੰਬਰ 19 ਤੋਂ ਲੈ ਕੇ 23 ਤੱਕ ਸੰਖੇਪ ਵਿੱਚ ਜਾਣਕਾਰੀ ਦੇਵਾਂਗੀ। ਓਕੇ ਬੇਟਾ, ਕਾਂਡ 3 ਵਿੱਚ ਅਸੀਂ ਪੜ੍ਹਦੇ ਹਾਂ ਕਿ ਜਗਸੀਰ ਮੰਡੀ ਵਿੱਚ ਨਰਮਾ ਸੁੱਟ ਕੇ ਆ ਰਿਹਾ ਹੁੰਦਾ ਹੈ ਤਾਂ ਉਸ ਨੂੰ ਨਿੱਕਾ ਨਾਈ ਮਿਲਦਾ ਹੈ ਜੋ ਕਿਤੇ ਗੰਢ ਦੇਣ ਜਾ ਰਿਹਾ ਸੀ। ਉਹ ਜਗਸੀਰ ਨੂੰ ਆਖਦਾ ਹੈ ਕਿ ਜੇ ਉਸਨੇ ਕਿਤੇ ਗੇੜ ਫੇਰ ਬਣਾਇਆ ਹੁੰਦਾ ਤਾਂ ਉਹ ਵੀ ਹੁਣ ਆਰਾਮ ਨਾਲ ਜ਼ਿੰਦਗੀ ਬਤੀਤ ਕਰਦਾ ਅਤੇ ਉਸਦੇ ਪੁੱਤਰ ਉਸਦਾ ਸਾਰਾ ਕੰਮ ਸਾਂਭ ਲੈਂਦੇ। ਇਸ ਤਰ੍ਹਾਂ ਗੱਲਾਂ ਕਰਦਿਆਂ ਨਿੱਕਾ ਨਾਈ ਜਦੋਂ ਸੂਏ ਦੀ ਪਟੜੀ ਪੈ ਜਾਂਦਾ ਹੈ ਤਾਂ ਜਗਸੀਰ ਉਸਦਾ ਨਰੋਆ ਸਰੀਰ ਵੇਖ ਕੇ ਡੂੰਘੀਆਂ ਸੋਚਾਂ ਵਿੱਚ ਪੈ ਜਾਂਦਾ ਹੈ ਅਤੇ ਉਹ ਜਦੋਂ ਨਿੱਕੇ ਨਾਈ ਵੱਲੋਂ ਨਿਗਾਹ ਹਟਾ ਕੇ ਆਪਣੇ ਸਰੀਰ ਵੱਲ ਝਾਤ ਮਾਰਦਾ ਹੈ ਤਾਂ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਕਦੇ ਜਵਾਨ ਹੀ ਨਹੀਂ ਸੀ। ਇਸ ਤੋਂ ਉਪਰੰਤ ਜਗਸੀਰ ਆਪਣੀ ਜਵਾਨੀ ਬਾਰੇ ਦੇ ਦਿਨ ਯਾਦ ਕਰਦਾ ਹੈ ਕਿ ਉਹ ਵੀ ਨਿੱਕੇ ਨਾਈ ਗੇਬੇ ਅਤੇ ਕੀਲੇ ਨਾਲ ਕਬੱਡੀ ਤੇ ਸੌਂਚੀ ਖੇਡਿਆ ਕਰਦਾ ਸੀ। ਉਸ ਦੇ ਮਿੱਤਰ ਜਦੋਂ ਕੁੜੀਆਂ ਦੀਆਂ ਗੱਲਾਂ ਕਰਦੇ ਸਨ ਤਾਂ ਉਸ ਦਾ ਵੀ ਜੀ ਕਰਦਾ ਸੀ ਕਿ ਉਹ ਵੀ ਕੁੜੀਆਂ ਦੀਆਂ ਗੱਲਾਂ ਕਰੇ, ਪਰ ਉਹ ਸੰਗਾਊ ਸੁਭਾਅ ਦਾ ਮਾਲਕ ਹੋਣ ਕਾਰਨ ਅਜਿਹਾ ਨਹੀਂ ਕਰਦਾ ਸੀ। ਇਸ ਤਰ੍ਹਾਂ ਜਦੋਂ ਉਹ ਨਿੱਕੇ ਨਾਈ ਦੇ ਵਿਆਹ ਗਿਆ ਸੀ ਤਾਂ ਉੱਥੇ ਵੀ ਕੁੜੀਆਂ ਨੇ ਉਸ ਨੂੰ ਬਹੁਤ ਮਖੌਲ ਕੀਤੇ ਸਨ, ਪਰ ਜਗਸੀਰ ਕੁੜੀਆਂ ਨੂੰ ਅੱਗੋਂ ਕੋਈ ਜਵਾਬ ਨਾ ਦੇ ਸਕਿਆ ਤੇ ਵਿਆਹ ਤੋਂ 3-4 ਦਿਨ ਬਾਅਦ ਗੇਬਾ, ਕੀਲਾ ਅਤੇ ਜਗਸੀਰ ਨਿੱਕੇ ਨਾਈ ਦੀ ਪਤਨੀ ਪਾਨੀ ਦੀ ਮੂੰਹ ਵਿਖਾਈ ਲਈ ਜਾਂਦੇ ਹਨ। ਓਕੇ ਬੇਟਾ, ਇੱਥੇ ਤੱਕ ਅਸੀਂ ਪਹਿਲੇ ਰੀਡਿੰਗ ਕੀਤੀ ਸੀ। ਹੁਣ ਨੈਕਸਟ ਅਸੀਂ ਪੇਜ ਨੰਬਰ 24 ਤੋਂ ਰੀਡਿੰਗ ਸ਼ੁਰੂ ਕਰਨੀ ਹੈ, ਠੀਕ ਹੈ। ਪਰ ਸਭ ਤੋਂ ਪਹਿਲਾਂ ਅਸੀਂ ਪੇਜ ਨੰਬਰ 24 ਦੇ ਵਰਡ ਮੀਨਿੰਗ ਨੋਟ ਕਰਾਂਗੇ। ਫਸਟ ਵਰਡ ਬੇਟਾ ਖਹਿੜਾ ਛੱਡਣਾ, ਪਿੱਛਾ ਛੁਡਾਉਣਾ, ਠੀਕ ਹੈ। ਥਿਆਉਂਦਾ ਹੁੰਦਾ, ਠੀਕ ਹੈ। ਥਿਆਉਂਦਾ ਮਤਲਬ ਲੱਭਦਾ ਹੁੰਦਾ। ਜਵਾਬ ਉਹਨੂੰ ਕੋਈ ਨਾ ਔੜਿਆ, ਜਵਾਬ ਨਾ ਔੜਿਆ, ਉੱਤਰ ਨਾ ਸੁੱਝਿਆ। ਨੈਕਸਟ ਵਰਡ ਬੇਟਾ ਇੱਥੇ ਆਇਆ ਬਖਾਮਾ, ਇਹ ਬੋਲਚਾਲ ਦੀ ਬੋਲੀ ਹੈ। ਲੈ ਤੁਹਾਨੂੰ ਮੈਂ ਬਖਾਵਾਂ, ਵਿਖਾਵਾਂ, ਠੀਕ ਹੈ। ਨੈਕਸਟ ਵਰਡ ਹੈ ਅੱਖ ਪਲਕਾਰੇ ਵਿੱਚ, ਅੱਖ ਪਲਕਾਰੇ ਵਿੱਚ ਥੋੜ੍ਹੇ ਸਮੇਂ ਵਿੱਚ ਹੀ। ਹਜੋਕਾ ਹੋਰ ਮਾਰਿਆ, ਹਜੋਕਾ ਮਾਰਿਆ ਖਿੱਚਿਆ। ਨੈਕਸਟ ਹੈ ਸੰਗ ਨਾਲ ਦੂਹਰੀ ਤੀਹਰੀ ਹੋ ਗਈ, ਸ਼ਰਮ ਨਾਲ ਇਕੱਠੀ ਜਿਹੀ ਹੋ ਗਈ। ਸਰੀਰ ਸੁੰਨ ਹੋ ਗਿਆ, ਸਰੀਰ ਸਥਿਲ ਹੋ ਗਿਆ, ਸੱਸਾ ਥੱਥੇ ਨੂੰ ਸਿਆਰੀ ਲੱਲਾ, ਸਥਿਲ ਹੋ ਗਿਆ। ਨੈਕਸਟ ਬੇਟਾ ਕੀਲਿਆ ਗਿਆ, ਕੀਲਿਆ ਗਿਆ ਜਿਵੇਂ ਵਸ ਵਿੱਚ ਆ ਜਾਣਾ। ਅੱਖਾਂ ਅੱਗੇ ਹਨੇਰਾ ਜਿਹਾ ਆਉਣ ਲੱਗ ਪਿਆ, ਅੱਖਾਂ ਅੱਗੇ ਹਨੇਰਾ ਆਉਣਾ, ਘਬਰਾ ਜਾਣਾ। ਨੈਕਸਟ ਵਰਡ ਇਹ ਹੈ ਚੰਗੂ, ਚੰਗੂ ਮਤਲਬ ਠੀਕ, ਇਹ ਵੀ ਬੋਲਚਾਲ ਦੀ ਬੋਲੀ ਦਾ ਵਰਡ ਹੈ। ਫੋਰੇ ਵਿੱਚ ਹੀ, ਫੋਰੇ ਵਿੱਚ ਥੋੜ੍ਹੇ ਸਮੇਂ ਵਿੱਚ। ਨੈਕਸਟ ਬੇਟਾ ਔਸਾਨ ਮਾਰੇ ਗਏ, ਔਸਣ ਮਾਰੇ ਜਾਣਾ, ਜਾਨ ਨਿਕਲ ਜਾਣੀ। ਖੋ ਜਿਹੀ ਪੈਂਦੀ ਰਹਿੰਦੀ, ਬੇਚੈਨੀ ਹੋਣੀ। ਹੁਣ ਨੈਕਸਟ ਬੇਟਾ ਅਸੀਂ ਪੇਜ ਨੰਬਰ 24 ਦੀ ਰੀਡਿੰਗ ਕਰਾਂਗੇ। ਇੱਕ ਲਾਈਨ ਬੇਟਾ ਸਾਡੀ ਪੇਜ ਨੰਬਰ 23 ਦੇ ਉੱਪਰ ਹੈ ਲਾਸਟ। ਹੂੰ ਨਿੱਕੇ ਨੇ ਦੰਦੀਆਂ ਕੱਢੀਆਂ ਤੇ ਆਪਣੀ ਮਾਂ ਵੱਲ ਝਾਤੀ ਮਾਰ ਕੇ ਹੌਲੀ ਹੌਲੀ ਚੋਰਾਂ ਵਾਂਗ ਕਾਹਲੀ ਕਾਹਲੀ ਬੋਲਿਆ, ਚੱਕਦੇ ਚੱਕਦੇ ਹੁਣ ਨਹੀਂ ਇਹਨਾਂ ਜਮਾਂ ਨੇ ਖਹਿੜਾ ਛੱਡਣਾ, ਇਹ ਸਾਰੇ ਲੰਡਰ ਕੁੱਤੇ ਇਕੱਠੇ ਹੋਏ ਐ। ਹੁਣ ਇੱਥੇ ਨਿੱਕਾ ਆਪਣੀ ਭਾਨੀ ਨੂੰ ਆਖਦਾ ਹੈ, ਹੌਲੀ ਜੀ ਆਖਦਾ ਕਿ ਉਹ ਆਪਣਾ ਹੁਣ ਘੁੰਡ ਚੱਕ ਦੇਵੇ, ਕਿਉਂਕਿ ਉਸਦੇ ਜੋ ਮਿੱਤਰ ਹਨ ਗੇਬਾ, ਜਗਸੀਰ, ਘੇਲਾ, ਉਹਨਾਂ ਨੇ ਉਸਦਾ ਮੂੰਹ ਵੇਖੇ ਬਿਨਾਂ ਨਹੀਂ ਜਾਣਾ। ਇਹ ਵੇਖ ਵੱਡਾ ਸ਼ਰੀਫ 20 ਵਾਰੀ ਕਾਟੀ ਝਿਊਰੀ ਤੋਂ ਜੁੱਤੀਆਂ ਖਾਧੀਆਂ ਸਾਡੇ ਸਾਹਮਣੇ, ਫੇਰ ਤਾਂ ਕਿਤੇ ਲੁਕਣ ਨੂੰ ਥਾਂ ਵੀ ਨਹੀਂ ਥਿਆਉਂਦਾ ਹੁੰਦਾ। ਕੀਲੇ ਨੇ ਨਿੱਕੇ ਨੂੰ ਚਿੜਾਉਣ ਦੇ ਮਾਰੇ ਨੇ ਬਹੁਤ ਹੌਲੀ ਜਿਹੀ ਆਖਿਆ। ਨਿੱਕਾ ਹੂੰ ਹੂੰ ਕਰਦਿਆਂ ਕੱਚੀ ਜਿਹੀ ਹਾਸੀ ਹੱਸਣ ਲੱਗ ਪਿਆ, ਪਰ ਜਵਾਬ ਉਹਨੂੰ ਕੋਈ ਨਾ ਔੜਿਆ। ਉਦੋਂ ਹੀ ਬਾਹਰੋਂ ਨਿੱਕੇ ਦੀ ਛੋਟੀ ਭੈਣ ਨੱਸੀ ਆਈ ਤੇ ਕੋਲ ਆ ਕੇ ਬੋਲੀ, ਬਾਈ ਭਾਬੀ ਦਾ ਮੂੰਹ ਵੇਖਣਾ ਹੈ,
ਲੈ ਤੁਹਾਨੂੰ ਮੈਂ ਵਿਖਾਵਾਂ। ਤੇ ਉਸ ਖਿੜ ਕਰਕੇ ਹੱਸਦੀ ਨੇ ਅੱਖ ਪਲਕਾਰੇ ਵਿੱਚ ਨਿੱਕੇ ਦੀ ਵਹੁਟੀ ਦੇ ਸਿਰੋਂ ਦੁਪੱਟਾ ਖਿੱਚ ਦਿੱਤਾ। ਉਹਦਾ ਅੱਧਾ ਸਿਰ ਨੰਗਾ ਹੋ ਗਿਆ। ਨਾ ਨੀ ਕੁੜੀਏ, ਚੌੜ ਨਾ ਕਰ, ਨਿੱਕੇ ਦੀ ਮਾਂ ਨੇ ਉਹਨੂੰ ਝਿੜਕਿਆ। ਪਰ ਉਹਨੇ ਚੁੰਨੀ ਦਾ ਇੱਕ ਹਜੋਕਾ ਹੋਰ ਮਾਰਿਆ ਤੇ ਫਿਰ ਵਿਹੜੇ ਵਿੱਚ ਜਾ ਕੇ ਹੱਸਦੀ ਗਿੱਧਾ ਪਾਉਣ ਲੱਗ ਪਈ। ਉਸ ਤੋਂ ਬਾਅਦ ਦੇਖੋ, ਜਦੋਂ ਜਗਸੀਰ ਤੇ ਗੇਬਾ ਤੇ ਕੀਲਾ ਨਿੱਕੇ ਨਾਈ ਦੀ ਪਤਨੀ ਦਾ ਮੂੰਹ ਵੇਖਣਾ ਚਾਹੁੰਦੇ ਹਨ, ਪਰ ਪਹਿਲਾਂ ਨਿੱਕਾ ਉਹਨਾਂ ਨੂੰ ਨਾ ਨੁੱਕਰ ਕਰਦਾ ਹੈ। ਇਸ ਉਪਰੰਤ ਕੀ ਹੁੰਦਾ, ਨਿੱਕੇ ਨਾਈ ਦੀ ਛੋਟੀ ਭੈਣ ਆਉਂਦੀ ਹੈ ਤੇ ਉਹ ਹਜੋਕਾ ਮਾਰ ਕੇ ਭਾਨੀ ਦਾ ਸਿਰ ਤੋਂ ਦੁਪੱਟਾ ਉਤਾਰ ਦਿੰਦੀ ਹੈ। ਠੀਕ ਹੈ ਬੇਟਾ। ਨੈਕਸਟ ਦੇਖੋ, ਨਿੱਕੇ ਦੀ ਵਹੁਟੀ ਸੰਗ ਨਾਲ ਦੂਹਰੀ ਤੀਹਰੀ ਹੋ ਗਈ। ਜਦੋਂ ਇੱਕ ਹੱਥ ਨਾਲ ਚੁੰਨੀ ਖਿੱਚ ਕੇ ਉਹ ਟੇਢੀ ਹੁੰਦਿਆਂ ਮੁੜ ਘੁੰਡ ਕੱਢਣ ਲੱਗੀ ਤਾਂ ਉਹਦੇ ਚਿਹਰੇ ਦਾ ਖੱਬਾ ਪਾਸਾ ਮਗਰ ਖੜੋਤੇ ਜਗਸੀਰ ਨੂੰ ਦਿਸ ਗਿਆ। ਇੰਝ ਜਿਵੇਂ ਬਿਜਲੀ ਲਿਸ਼ਕੀ ਹੋਵੇ ਤੇ ਜਗਸੀਰ ਦਾ ਸਾਰਾ ਸਰੀਰ ਸੁੰਨ ਹੋ ਗਿਆ। ਏਡਾ ਚੌੜਾ ਗੋਰਾ ਮੱਥਾ, ਏਡੀ ਸੋਹਣੀ ਅੱਖ ਤੇ ਏਡੀਆਂ ਲੰਮੀਆਂ ਚਿਮਣੀਆਂ ਉਸ ਕਦੇ ਨਹੀਂ ਸਨ ਵੇਖੀਆਂ। ਟੀਵੀ ਵਿੱਚ ਏਡੀ ਕੋਈ ਖਿੱਚ ਹੁੰਦੀ ਹੈ, ਇਹ ਜਗਸੀਰ ਨੂੰ ਅੱਜ ਪਤਾ ਲੱਗਾ। ਉਹ ਉੱਥੇ ਖੜਾ ਖੜੋਤਾ ਜਿਵੇਂ ਕੀਲਿਆ ਗਿਆ, ਅੱਖਾਂ ਅੱਗੇ ਹਨੇਰਾ ਜਿਹਾ ਆਉਣ ਲੱਗ ਪਿਆ। ਹੁਣ ਜਦੋਂ ਨਿੱਕੇ ਨਾਈ ਦੀ ਭੈਣ ਆਪਣੀ ਭਾਬੀ ਦੇ ਸਿਰ ਤੋਂ ਦੁਪੱਟਾ ਖਿੱਚ ਜਾਂਦੀ ਹੈ ਤਾਂ ਉਸ ਸਮੇਂ ਜਗਸੀਰ ਉਸਦੇ ਚਿਹਰੇ ਦਾ ਖੱਬਾ ਪਾਸਾ ਵੇਖਦਾ ਹੈ ਤੇ ਉਸ ਦਾ ਸਰੀਰ ਉਸਦੇ ਭਾਨੀ ਦੇ ਚਿਹਰੇ ਨੂੰ ਵੇਖਦੇ ਜਿਵੇਂ ਸੁੰਨ ਹੋ ਜਾਂਦਾ ਹੈ। ਠੀਕ ਹੈ। ਤੇ ਉਸ ਨੂੰ ਅੱਜ ਪਤਾ ਲੱਗਦਾ ਹੈ, ਮਤਲਬ ਉਸ ਦਿਨ ਪਤਾ ਲੱਗਦਾ ਹੈ ਕਿ ਟੀਵੀ ਵਿੱਚ ਕੋਈ ਏਡੀ ਖਿੱਚ ਹੁੰਦੀ ਹੈ, ਇਸ ਲਈ ਉਸ ਦੀਆਂ ਅੱਖਾਂ ਅੱਗੇ ਜਿਵੇਂ ਹਨੇਰਾ ਜਿਹਾ ਆਉਣ ਲੱਗ ਪੈਂਦਾ ਹੈ। ਨੈਕਸਟ ਬੇਟਾ, ਬਸ ਝਲਕਾਰਾ ਹੀ ਪਿਆ ਬੇਲੀਓ, ਦਰਸ਼ਨ ਤਾਂ ਚੰਗੂ ਹੋਏ ਨਹੀਂ, ਐਵੇਂ ਖੇਚਲ ਹੀ ਗਈ। ਕੀਲੇ ਨੇ ਢਿੱਲੀ ਜਿਹੀ ਆਵਾਜ਼ ਵਿੱਚ ਵਿਅੰਗ ਨਾਲ ਆਖਿਆ ਤੇ ਉੱਠ ਕੇ ਖੜਾ ਹੋ ਗਿਆ। ਨਿੱਕੇ ਦੀ ਵਹੁਟੀ ਨੇ ਘੁੰਡ ਖਿੱਚ ਕੇ ਫੋਰੇ ਵਿੱਚ ਮੁੜ ਮੂੰਹ ਢੱਕ ਲਿਆ ਸੀ। ਲੈ ਪੁੱਤਾ, ਕਿੰਨਾ ਕੁ ਚਿਰ, ਨਿੱਕੇ ਦੀ ਮਾਂ ਨੇ ਆਖਿਆ। ਆਹ 2-4 ਮਹੀਨੇ ਨਵੀਂ ਹੈ, ਚਾਹੇ ਭੋਰੇ 'ਚ ਵੜੀ ਰਹੇ, ਫਿਰ ਤਾਂ ਸੁੱਖ ਨਾਲ ਤੁਹਾਡੇ ਘਰੀਂ ਕਮਾਉਣੇ ਵਿਆਹ ਸਾਹੇ। ਫਿਰ ਜਦੋਂ ਕੀਲਾ ਆਪਣੀ ਢਿੱਲੀ ਜਿਹੀ ਆਵਾਜ਼ ਵਿੱਚ ਆਖਦਾ ਹੈ ਕਿ ਦਰਸ਼ਨ ਤਾਂ ਚੰਗੀ ਤਰ੍ਹਾਂ ਨਹੀਂ ਹੋਏ, ਮਤਲਬ ਕਿ ਉਹਨਾਂ ਕੋਲੋਂ ਭਾਨੀ ਦਾ ਚਿਹਰਾ ਚੰਗੀ ਤਰ੍ਹਾਂ ਨਹੀਂ ਵੇਖਿਆ ਗਿਆ, ਪਰ ਨਿੱਕੇ ਦੀ ਮਾਂ ਅੱਗੋਂ ਆਖਦੀ ਹੈ ਕਿ 2-4 ਮਹੀਨੇ ਨਵੀਂ ਹੋਣ ਕਾਰਨ ਉਸਨੇ ਇਸ ਤਰ੍ਹਾਂ ਘੁੰਡ ਕੱਢਿਆ ਹੋਇਆ ਹੈ, ਪਰ ਬਾਅਦ ਵਿੱਚ ਤਾਂ ਉਸਨੇ ਵੀ ਲੋਕਾਂ ਦੇ ਘਰ ਜਾ ਕੇ ਵਿਆਹ ਸਾਹੇ ਕਮਾਉਣੇ, ਮਤਲਬ ਵਿਆਹਾਂ ਵਿੱਚ ਜਾ ਕੇ ਕੰਮ ਕਰਨਾ ਹੈ, ਵਿਆਹਾਂ ਦੇ ਸੱਦੇ ਦੇਣੇ ਹੈ। ਠੀਕ ਹੈ। ਨੈਕਸਟ ਬੇਟਾ, ਜਦੋਂ ਕਮਾਊ ਵੇਖੀ ਜਾਊ, ਹੁਣ ਤਾਂ ਕੇਰਾਂ ਸਾਹਬਣੀ ਬਣੀ ਬੈਠੀ ਹੈ, ਗੇਬੇ ਨੇ ਕਿਹਾ ਤੇ ਉਹਦੀ ਗੱਲ ਪੂਰੀ ਕਰਦਿਆਂ ਕੀਲਾ ਬੋਲਿਆ, ਨਿੱਕੇ ਸਾਹਿਬ ਦੀ ਮੇਮ ਹੈ ਭਾਈ, ਕੋਈ ਮਖੌਲ ਹੈ। ਤੇ ਉਹ ਸਾਰੇ ਹੱਸਦੇ ਹਸਾਉਂਦੇ ਬਾਹਰ ਨੂੰ ਤੁਰ ਪਏ, ਪਰ ਜਗਸੀਰ ਨੂੰ ਖੁੱਲ੍ਹ ਕੇ ਹਾਸੀ ਨਾ ਆਈ। ਉਹਦੇ ਅੰਦਰੋਂ ਜਿਵੇਂ ਕੁਝ ਹਿੱਲ ਗਿਆ ਸੀ, ਉਹਦੇ ਪੈਰ ਇੰਝ ਥਿੜਕ ਗਏ ਸਨ ਜਿਵੇਂ ਭੁਚਾਲ ਆ ਗਿਆ ਹੋਵੇ। ਨੀਵੀਂ ਪਾਈ ਉਹਨਾਂ ਦੇ ਨਾਲ ਤਾਂ ਤੁਰਿਆ ਆਇਆ, ਪਰ ਇੰਝ ਜਿਵੇਂ ਉਹਦੇ ਅਵਸਾਨ ਮਾਰੇ ਗਏ ਹੋਣ। ਹੁਣ ਦੇਖੋ, ਜਦੋਂ ਨਿੱਕੇ ਦੀ ਪਤਨੀ ਦਾ ਤਿੰਨੋਂ ਮਿੱਤਰ ਜਗਸੀਰ, ਗੇਬਾ ਤੇ ਕੀਲਾ ਮੂੰਹ ਵੇਖ ਕੇ ਬਾਹਰ ਤੁਰਦੇ ਹਨ ਤਾਂ ਉਸ ਸਮੇਂ ਜਗਸੀਰ ਉਹਨਾਂ ਦੇ ਮਖੌਲ ਜੋ ਨਿੱਕੇ ਦੀ ਪਤਨੀ ਨੂੰ ਕਰਦੇ ਹਨ, ਉਹਨਾਂ ਨੂੰ ਸੁਣ ਕੇ ਉਸ ਨੂੰ ਕੁਝ ਹਾਸਾ ਨਹੀਂ ਆਉਂਦਾ। ਠੀਕ ਹੈ। ਤੇ ਉਸ ਦਾ ਸਰੀਰ ਜਿਵੇਂ ਸੁੰਨ ਜਿਹਾ ਹੋ ਜਾਂਦਾ ਹੈ। ਬੇਸ਼ੱਕ ਉਹ ਗੇਬੇ ਤੇ ਕੀਲੇ ਨਾਲ ਨੀਵੀਂ ਪਾਈ ਤੁਰਿਆ ਆਉਂਦਾ ਹੈ, ਪਰ ਇਸ ਤਰ੍ਹਾਂ ਉਸ ਨੂੰ ਮਹਿਸੂਸ ਹੁੰਦਾ ਜਿਵੇਂ ਉਸਦੀ ਜਾਨ ਹੀ ਨਿਕਲ ਗਈ ਹੋਵੇ। ਨੈਕਸਟ ਬੇਟਾ, ਉਸ ਦਿਨ ਪਿੱਛੋਂ ਜਗਸੀਰ ਕਈ ਦਿਨ ਕੀਲੇ ਤੇ ਗੇਬੇ ਨਾਲ ਖੁੱਲ੍ਹ ਕੇ ਨਾ ਬੋਲਿਆ। ਅੰਦਰੇ ਅੰਦਰ ਜਿਵੇਂ ਉਹਦੇ ਕੋਈ ਖੋਹ ਜਿਹੀ ਪੈਂਦੀ ਰਹਿੰਦੀ, ਰਾਤ ਨੂੰ ਨੀਂਦ ਨਾ ਆਉਂਦੀ, ਕੰਮ ਕਰਨ ਨੂੰ ਜੀ ਨਾ ਕਰਦਾ। ਸਾਰਾ ਦਿਨ ਉਹ ਆਪਣੀ ਖੇਤ ਵਾਲੀ ਟਾਹਲੀ ਹੇਠ ਪਿਆ ਰਹਿੰਦਾ। ਠੀਕ ਹੈ। ਫਿਰ ਇਸੇ ਤਰ੍ਹਾਂ ਜਦੋਂ ਤੋਂ ਜਗਸੀਰ ਨੇ ਭਾਨੀ ਦਾ ਚਿਹਰੇ ਦਾ ਖੱਬਾ ਪਾਸਾ ਵੇਖਿਆ ਸੀ, ਉਸ ਦਿਨ ਤੋਂ ਨਾ ਤਾਂ ਕਿਸੇ ਨਾਲ ਖੁੱਲ੍ਹ ਕੇ ਗੱਲ ਕਰਦਾ ਸੀ, ਉਸ ਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਸੀ ਤੇ ਨਾ ਹੀ ਉਸਦਾ ਕੋਈ ਕੰਮ ਕਰਨ ਨੂੰ ਜੀ ਕਰਦਾ ਸੀ। ਨੈਕਸਟ ਬੇਟਾ, ਪੇਜ ਨੰਬਰ 25, ਪਹਿਲਾਂ ਅਸੀਂ ਇਸ ਦੇ ਵਰਡ ਮੀਨਿੰਗ ਡਿਸਕਸ ਕਰਾਂਗੇ। ਫਸਟ ਵਰਡ ਬੇਟਾ ਹੈ ਜੋ ਬੰਦੇ ਚਾਰ ਦਾ ਹੈ। ਬੰਦੇ ਚਾਰ ਨਾਲ ਜਿਹੜਾ ਇਨਸਾਨ ਬੜਾ ਹੰਡਿਆ ਵਰਤਿਆ ਹੋਵੇ, ਚਲਾਕ ਚੁਸਤ ਹੋਣਾ। ਮੋੜ ਕੀਤਾ, ਜਵਾਬ ਦਿੱਤਾ। ਨੈਕਸਟ ਹੈ ਚੋਰਾਂ ਤੋਂ ਗਲੀਆਂ ਗੁੱਝੀਆਂ, ਕਹਿੰਦੇ ਜਿਵੇਂ ਚੋਰ ਉਹਨਾਂ ਨੂੰ ਹਰ ਗਲੀ ਦਾ ਪਤਾ ਹੁੰਦਾ ਹੈ,
ਇਸੇ ਤਰ੍ਹਾਂ ਕੀ ਹੈ ਕਿ ਕੋਈ ਗੱਲ ਛੁਪੀ ਨਹੀਂ ਰਹਿ ਸਕਦੀ। ਨੈਕਸਟ ਬੇਟਾ ਵਰਡ ਹੈ ਗੁੰਮਸੁੰਮ ਹੋਇਆ। ਗੁੰਮਸੁੰਮ ਹੋਇਆ ਚੁੱਪਚਾਪ ਰਹਿਣਾ। ਸਕਤਾ ਮਾਰ ਜਾਂਦਾ। ਸਕਤਾ ਮਾਰ ਜਾਂਦਾ ਜਿਵੇਂ ਹੌਸਲਾ ਨਾ ਪੈਂਦਾ ਜਾਂ ਸੁੰਨ ਜੇ ਹੋ ਜਾਣਾ ਜਿਵੇਂ। ਨੈਕਸਟ ਬੇਟਾ ਵਰਡ ਹੈ ਫੋਕਾ ਬਹਾਨਾ। ਫੋਕਾ ਬਹਾਨਾ ਝੂਠਾ ਬਹਾਨਾ ਬਣਾਉਣਾ। ਠੀਕ ਹੈ। ਨੈਕਸਟ ਦੇਖੋ ਲਾਸਟ ਤੇ ਹੈ ਨੈਣ ਨਕਸ਼ਾਂ ਦਾ ਪੂਰਾ ਆਕਾਰ ਉਗੜਦਾ ਆਉਂਦਾ। ਨੈਣ ਨਕਸ਼ ਹੁੰਦੇ ਜਿਵੇਂ ਚਿਹਰਾ। ਠੀਕ ਹੈ, ਚਿਹਰਾ ਸਾਹਮਣੇ ਆਉਣਾ। ਓਕੇ ਬੇਟਾ, ਹੁਣ ਨੈਕਸਟ ਅਸੀਂ ਇਸ ਦੀ ਰੀਡਿੰਗ ਕਰਾਂਗੇ। ਚੌਥੇ ਕੁ ਦਿਨ ਗੇਬੇ ਨੇ ਉਹਨੂੰ ਬਾਹੋਂ ਫੜ ਕੇ ਪੁੱਛਿਆ, ਕੀ ਗੱਲ ਹੈ ਵੱਡਿਆ ਮਜਨੂਆ, ਹੋਰੂ ਤੋਰੂ ਹੀ ਹੋਇਆ ਫਿਰਦਾ ਜਿਵੇਂ ਮਾਂ ਮਰੀ ਹੁੰਦੀ ਹੈ। ਜਗਸੀਰ ਨੇ ਹੱਸਣ ਦਾ ਯਤਨ ਕੀਤਾ ਪਰ ਉਹਦੇ ਅੰਦਰੋਂ ਹਾਸੀ ਨਾ ਆਈ। ਐਵੇਂ ਕਈ ਦਿਨਾਂ ਦੇ ਕੁਝ ਹੱਡ ਪੈਰ ਜੇ ਦੁਖੀ ਜਾਂਦੇ ਐ, ਹੋਰ ਤਾਂ ਕੋਈ ਗੱਲ ਨਹੀਂ। ਉਹਨੇ ਉੱਤੋਂ ਮੁਸਕਰਾਉਂਦਿਆਂ ਝੂਠ ਬੋਲਿਆ। ਮਤਲਬ ਗੇਬੇ ਦੇ ਕੀਲੇ ਨੂੰ ਜਗਸੀਰ ਦੀ ਅਜਿਹੀ ਹਾਲਤ ਵੇਖ ਕੇ ਕੁਝ ਸਪਸ਼ਟ ਹੋ ਰਿਹਾ ਸੀ ਕਿ ਉਹ ਜਿਵੇਂ ਪਾਣੀ ਦੇ ਵੱਲ ਵੇਖ ਕੇ ਆਕਰਸ਼ਿਤ ਹੋ ਗਿਆ ਹੈ, ਪਰ ਜਗਸੀਰ ਉਹਨਾਂ ਕੋਲੋਂ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਲੁਕਾਉਣ ਦਾ ਯਤਨ ਕਰਦਾ ਹੈ। ਨੈਕਸਟ ਦੇਖੋ ਬੇਟਾ, ਕਿਉਂ ਬੰਦੇ ਚਾਰਦਾ ਹੈ? ਗੇਬੇ ਨੇ ਮੋੜ ਕੀਤਾ। ਚੋਰਾਂ ਤੋਂ ਗਲੀਆਂ ਗੁੱਝੀਆਂ। ਮਤਲਬ ਉਸਨੂੰ ਆਖ ਰਿਹਾ ਕਿ ਤੂੰ ਮਤਲਬ ਕਿਉਂ ਬੰਦੇ ਚਾਰਦਾ ਹੈ, ਕਿਉਂ ਸਾਡੇ ਨਾਲ ਚਲਾਕੀਆਂ ਕਰ ਰਿਹਾ ਹੈ। ਚੋਰਾਂ ਤੋਂ ਗਲੀਆਂ ਗੁੱਝੀਆਂ ਮਤਲਬ ਸਾਡੇ ਕੋਲੋਂ ਕੋਈ ਗੱਲ ਛੁਪੀ ਨਹੀਂ ਹੈ। ਜਿਹੜੀ ਬਿਮਾਰੀ ਮਿੱਤਰਾ ਤੈਨੂੰ ਲੱਗੀ ਹੈ ਇਹ ਜਾਨ ਲੈ ਕੇ ਛੱਡਦੀ ਹੁੰਦੀ ਹੈ। ਜੇ ਬਚੀਦਾ ਤਾਂ ਬਚ ਜਾ, ਨਹੀਂ ਤਾਂ ਉਹ ਗੱਲ ਹੋਊ ਅਕੇ ਬੁੱਢੜ ਮੈਂ ਤੇ ਯਾਰ ਪਚਾਦਾ, ਭੱਜਣਾ ਭੱਜ ਲੈ ਨਹੀਂ ਤਾਂ ਖਾਧਾ ਹੀ ਖਾਧਾ। ਮਤਲਬ ਇੱਥੇ ਗੇਬਾ ਜਗਸੀਰ ਨੂੰ ਸਮਝਾ ਰਿਹਾ ਹੈ ਕਿ ਜੇਕਰ ਤੈਨੂੰ ਇਸ਼ਕ ਦੀ ਬਿਮਾਰੀ ਲੱਗ ਗਈ ਹੈ, ਜੇ ਤੂੰ ਉਸ ਤੋਂ ਬਚ ਸਕਦਾ ਹੈ ਤਾਂ ਬਚ ਜਾ, ਨਹੀਂ ਤਾਂ ਫਿਰ ਤੈਨੂੰ ਜ਼ਿੰਦਗੀ ਵਿੱਚ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੇਰੇ ਲਈ ਕੋਈ ਨਾ ਕੋਈ ਮੁਸੀਬਤ ਖੜੀ ਹੋ ਸਕਦੀ ਹੈ। ਠੀਕ ਹੈ। ਨੈਕਸਟ ਬੇਟਾ, ਉਦੋਂ ਤਾਂ ਜਗਸੀਰ ਨੇ ਹੱਸ ਕੇ ਗੱਲ ਟਾਲ ਦਿੱਤੀ, ਪਰ ਥੋੜ੍ਹੇ ਦਿਨਾਂ ਮਗਰੋਂ ਹੀ ਉਹਨੂੰ ਗੇਬੇ ਦੀ ਗੱਲ ਸੱਚੀ ਲੱਗਣ ਲੱਗ ਪਈ। ਦਿਨੋਂ ਦਿਨ ਉਹ ਨਿਡਾਲ ਰਹਿਣ ਲੱਗ ਪਿਆ। ਅੱਗੇ ਵਾਂਗ ਨਾ ਘੁਲਦਾ, ਨਾ ਖੇਡਦਾ, ਨਾ ਮੁੰਡਿਆਂ ਨਾਲ ਰਲ ਕੇ ਹੱਸਦਾ। ਸਾਰਾ ਦਿਨ ਗੁੰਮਸੁੰਮ ਹੋਇਆ ਤੁਰਿਆ ਫਿਰਦਾ। ਹੌਲੀ ਹੌਲੀ ਉਹਨੂੰ ਸ਼ੱਕ ਹੋਣ ਲੱਗ ਪਿਆ ਕਿ ਉਹਨੂੰ ਸੱਚੀ ਕੋਈ ਬਿਮਾਰੀ ਲੱਗ ਗਈ ਸੀ। ਫਿਰ ਜਗਸੀਰ ਦੇ ਅੰਦਰੋਂ ਕੋਈ ਅਜਿਹਾ ਉਬਾਲ ਉੱਠਿਆ ਕਿ ਉਹਨੂੰ ਉਹ ਰੋਕ ਨਾ ਸਕਿਆ। ਆਨੀ ਬਹਾਨੀ ਨਿੱਕੇ ਕੇ ਘਰ ਅੱਗੋਂ ਦੀ ਲੰਘਣ ਲੱਗ ਪਿਆ, ਪਰ ਉਹਨਾਂ ਦੇ ਬੂਹੇ ਕੋਲ ਜਾ ਕੇ ਜਿਵੇਂ ਉਹਨੂੰ ਸਕਤਾ ਮਾਰ ਜਾਂਦਾ। ਮਤਲਬ ਕਿ ਬਾਅਦ ਵਿੱਚ ਜਗਸੀਰ ਦੇ ਅੰਦਰੋਂ ਭਾਨੀ ਨੂੰ ਮਿਲਣ ਦੀ ਇੱਛਾ ਪੈਦਾ ਹੁੰਦੀ ਹੈ, ਇਸ ਲਈ ਉਹ ਵਾਰ-ਵਾਰ ਨਿੱਕੇ ਦੇ ਘਰ ਅੱਗੋਂ ਦੀ ਲੰਘਦਾ ਹੈ, ਪਰ ਉਸ ਦੀ ਇੰਨੀ ਹਿੰਮਤ ਨਹੀਂ ਪੈਂਦੀ ਕਿ ਉਹ ਅੰਦਰ ਜਾ ਸਕੇ। ਨਾ ਉਹ ਤੋਂ ਅਗਾਂਹ ਕਦਮ ਪੁੱਟਿਆ ਜਾਂਦਾ, ਨਾ ਪਿਛਾਂ। ਕਈ ਵਾਰ ਗਲੀ ਦੇ ਮੋੜ 'ਤੇ ਜਾ ਕੇ ਦੂਰੋਂ ਹੀ ਬੂਹੇ ਵੱਲ ਝਾਤੀ ਮਾਰ ਕੇ ਮੁੜ ਆਉਂਦਾ। ਫਿਰ 5-7 ਦਿਨਾਂ ਵਿੱਚ ਹੀ ਉਹਦਾ ਮਨ ਏਡਾ ਅਮੋੜ ਹੋ ਗਿਆ ਕਿ ਉਹ ਨਿੱਕੇ ਕੇ ਘਰੇ ਜਾ ਕੇ ਕਿਸੇ ਨਾ ਕਿਸੇ ਬਹਾਨੇ ਉਹਦੀ ਮਾਂ ਨਾਲ ਗੱਲਾਂ ਕਰਨ ਲੱਗ ਪੈਂਦਾ। ਨਾਲੇ ਭਾਵੇਂ ਉਹਨੂੰ ਇੰਜ ਵੀ ਲੱਗਦਾ ਰਹਿੰਦਾ ਕਿ ਉਹਦੀ ਇਹ ਚੋਰੀ ਫੜੀ ਜਾਂਦੀ ਸੀ। ਬਿਨਾਂ ਕੰਮ ਤੋਂ ਕੋਈ ਫੋਕਾ ਬਹਾਨਾ ਬਣਾ ਕੇ ਕਿਸੇ ਦੇ ਘਰ ਜਾਣਾ ਉਹਨੂੰ ਬੜੀ ਓਪਰੀ ਗੱਲ ਲੱਗਦੀ ਸੀ। 1-2 ਵਾਰ ਤਾਂ ਉਹ ਸਿਰਫ ਇਹੋ ਪੁੱਛ ਕੇ ਮੁੜ ਆਉਂਦਾ ਰਿਹਾ, ਤਾਈ ਨਿੱਕਾ ਕਿੱਥੇ ਹੈ? ਉਹਨੂੰ ਪਤਾ ਹੁੰਦਾ ਸੀ ਕਿ ਨਿੱਕਾ ਕਿੱਥੇ ਹੈ, ਤੇ ਨਿੱਕੇ ਤਾਈਂ ਕੋਈ ਕੰਮ ਵੀ ਨਹੀਂ ਸੀ ਹੁੰਦਾ। ਜਦੋਂ ਨਿੱਕੇ ਦੀ ਮਾਂ ਪੁੱਛਦੀ, ਕਿਉਂ ਪੁੱਤ ਕੋਈ ਕੰਮ ਸੀ, ਤਾਂ ਉਹ ਨੀਵੀਂ ਪਾ ਕੇ ਆਖ ਦਿੰਦਾ, ਹਾਂ। ਪਰ ਆਪ ਹੀ ਉਹਨੂੰ ਇਸ ਝੂਠੀ ਚਾਲ ਉੱਤੇ ਸ਼ਰਮ ਜਿਹੀ ਆਉਂਦੀ ਤੇ ਫਿਰ ਕਈ ਦਿਨ ਨਿੱਕੇ ਦੇ ਘਰ ਨਾ ਜਾਂਦਾ। ਫਿਰ ਇਸੇ ਤਰ੍ਹਾਂ ਹੀ ਪਹਿਲਾਂ ਤਾਂ ਉਸ ਦੀ ਹਿੰਮਤ ਨਹੀਂ ਪੈਂਦੀ ਕਿ ਨਿੱਕੇ ਦੇ ਘਰ ਜਾ ਸਕੇ, ਪਰ 5-7 ਦਿਨ ਜਦੋਂ ਲੰਘਦੇ ਨੇ ਤੇ ਉਹਦਾ ਮਨ ਬੇਕਾਬੂ ਹੋ ਜਾਂਦਾ ਹੈ। ਇਸ ਲਈ ਉਹ ਕਿਸੇ ਨਾ ਕਿਸੇ ਬਹਾਨੇ ਜਾ ਕੇ ਨਿੱਕੇ ਦੀ ਮਾਂ ਨਾਲ ਗੱਲਾਂ ਕਰਨ ਲੱਗ ਪੈਂਦਾ ਹੈ, ਤੇ ਕਦੀ ਜਾਣਬੁੱਝ ਕੇ ਕੋਈ ਝੂਠਾ ਬਹਾਨਾ ਬਣਾਉਂਦਾ ਸੀ। ਠੀਕ ਹੈ। ਤੇ ਫਿਰ ਇੱਥੋਂ ਤੱਕ ਕਿ ਬੇਸ਼ੱਕ ਉਸ ਨੂੰ ਨਿੱਕੇ ਦਾ ਪਤਾ ਵੀ ਹੁੰਦਾ ਸੀ ਕਿ ਉਹ ਕਿੱਥੇ ਗਿਆ ਹੈ ਜਾਂ ਉਸ ਦੇ ਨਾਲ ਕੋਈ ਕੰਮ ਵੀ ਨਹੀਂ ਹੁੰਦਾ ਸੀ, ਪਰ ਫਿਰ ਵੀ ਉਹ ਜਾਣਬੁੱਝ ਕੇ ਨਿੱਕੇ ਦੀ ਮਾਂ ਨੂੰ ਪੁੱਛਦਾ ਸੀ ਕਿ ਤਾਈ ਨਿੱਕਾ ਕਿੱਥੇ ਹੈ। ਤੇ ਜਦੋਂ ਉਹ ਇਸ ਤਰ੍ਹਾਂ ਝੂਠ ਬੋਲਦਾ ਸੀ ਤੇ ਉਸ ਨੂੰ ਆਪਣੀ ਅਜਿਹੀ ਗੱਲ ਦੇ ਉੱਪਰ ਸ਼ਰਮ ਵੀ ਮਹਿਸੂਸ ਹੁੰਦੀ ਸੀ।
ਤੇ ਫਿਰ ਉਹ ਕਈ ਦਿਨ ਨਿੱਕੇ ਦੇ ਘਰ ਹੀ ਨਹੀਂ ਜਾਂਦਾ ਸੀ। ਨੈਕਸਟ ਬੇਟਾ, ਮੁਕਲਾਵੇ ਨੂੰ ਨਿੱਕੇ ਦੀ ਵਹੁਟੀ ਭਾਨੀ ਮਹੀਨਾ ਕੁ ਰਹੀ। ਇਸ ਮਹੀਨੇ ਵਿੱਚ ਉਹ ਕਿੰਨੇ ਵਾਰੀ ਉਹਨਾਂ ਦੇ ਘਰ ਗਿਆ, ਪਰ ਸਾਰੇ ਯਤਨ ਲਾ ਕੇ ਵੀ ਉਹਦਾ ਸਾਰਾ ਰੰਗ ਰੂਪ ਕਦੇ ਰੱਜ ਕੇ ਨਾ ਵੇਖ ਸਕਿਆ। ਹੁਣ ਜਦੋਂ ਨਿੱਕੇ ਨਾਈ ਦੀ ਪਤਨੀ ਦਾ ਮੁਕਲਾਵਾ ਜੋ ਉਸਦੇ ਸਹੁਰੇ ਘਰ 1 ਮਹੀਨੇ ਤੱਕ ਉਹ ਆਪਣੇ ਸਹੁਰੇ ਘਰ ਰਹਿੰਦੀ ਹੈ, ਠੀਕ ਹੈ, ਪਰ ਕਿ ਕਾਫੀ ਇਸ ਮਹੀਨੇ ਦੇ 1 ਮਹੀਨੇ ਦੇ ਵਿੱਚ ਜਗਸੀਰ ਕਾਫੀ ਕੋਸ਼ਿਸ਼ ਕਰਦਾ ਹੈ ਕਿ ਉਸਦਾ ਚਿਹਰਾ ਵੇਖ ਸਕੇ, ਪਰ ਉਹ ਉਹਦਾ ਚਿਹਰਾ ਚੰਗੀ ਤਰ੍ਹਾਂ ਨਹੀਂ ਵੇਖ ਸਕਿਆ ਸੀ। ਕਦੇ ਕੰਮ ਕਰਦੀ ਦਾ ਰਤਾ ਕੋ ਚਿਹਰਾ ਦਿਸ ਪੈਂਦਾ, ਕਦੇ ਕੂਣੀ ਤਾਈਂ ਨੰਗੀ ਬਾਂਹ ਤੇ ਕਦੇ ਪੰਜੇਬਾਂ ਵਿੱਚ ਗੁੰਦੇ ਮਲੂਕ ਪੈਰ, ਪਰ ਕਦੇ ਕਦਾਈ ਉਹਦੇ ਰੂਪ ਦੇ ਪਏ ਇਹ ਲਿਸ਼ਕਾਰੇ ਉਹਦੇ ਅੰਦਰ ਘੁੰਡ ਚੁਕਾਈ ਵਾਲੇ ਦਿਨ ਦੀਆਂ ਵਹੀਆਂ ਲੀਕਾਂ ਨੂੰ ਹੋਰ ਗੂੜੀਆਂ ਕਰ ਦਿੰਦੇ। ਜਦੋਂ ਨੀਵੀਂ ਪਾ ਕੇ ਘਰ ਨੂੰ ਪਰਤਦਾ ਤਾਂ ਉਹਦੇ ਅੰਦਰ ਭਾਨੀ ਦੇ ਨੈਣ ਨਕਸ਼ਾਂ ਦਾ ਪੂਰਾ ਆਕਾਰ ਉਗੜਦਾ ਆਉਂਦਾ। ਮਤਲਬ ਜਦੋਂ ਉਹ ਇਸ ਮਹੀਨੇ ਦੇ ਵਿੱਚ ਕਾਫੀ ਵਾਰ ਨਿੱਕੇ ਨਾਈ ਦੇ ਘਰ ਗਿਆ ਸੀ ਤੇ ਕਦੀ ਤੇ ਉਹ ਨਿੱਕੇ ਦੀ ਜੋ ਪਤਨੀ ਭਾਨੀ ਸੀ ਉਸਦਾ ਥੋੜ੍ਹਾ ਜਿਹਾ ਚਿਹਰਾ ਵੇਖ ਲੈਂਦਾ ਸੀ, ਕਦੀ ਉਸਦੀ ਬਾਂਹ ਵੇਖ ਲੈਂਦਾ ਸੀ, ਕਦੀ ਉਸਦੇ ਪੈਰ ਵੇਖ ਲੈਂਦਾ ਸੀ, ਠੀਕ ਹੈ। ਤੇ ਜਦੋਂ ਘਰ ਨੂੰ ਪਰਤਦਾ ਸੀ ਤੇ ਉਸ ਨੂੰ ਲੱਗਦਾ ਸੀ ਕਿ ਜਿਵੇਂ ਭਾਨੀ ਦਾ ਪੂਰਾ ਚਿਹਰਾ, ਭਾਨੀ ਦੇ ਪੂਰੇ ਨੈਣ ਨਕਸ਼ ਉਸਦੇ ਸਾਹਮਣੇ ਸਪਸ਼ਟ ਉਸ ਨੂੰ ਦਿਖਾਈ ਦੇ ਰਹੇ ਹੋਣ। ਪਪੀਸੀਆਂ ਵਰਗੀਆਂ, ਨੈਕਸਟ ਬੇਟਾ ਕੁਝ ਲਾਈਨਾਂ ਇਸ ਪੈਰੇ ਦੀਆਂ ਨੈਕਸਟ ਪੇਜ 26 ਪੇਜ 'ਤੇ ਨੇ। ਪਪੀਸੀਆਂ ਵਰਗੀਆਂ ਮੁਸਕਾਂਦੀਆਂ ਉਹਦੀਆਂ ਬੁੱਲੀਆਂ, ਤਿੱਖੀਆਂ ਮੋਟੀਆਂ ਸ਼ਾਹ ਕਾਲੀਆਂ ਅੱਖਾਂ। ਇਕਾਦਸ਼ੀ, ਇੱਥੇ ਇਕਾਦਸ਼ੀ ਦਾ ਚੰਨ ਜਿਹੜਾ ਕਹਿ ਦਿੰਦੇ ਅਸੀਂ, ਇਕਾਦਸ਼ੀ ਦੇ ਚੰਨ ਜਿੱਡਾ ਮੱਥਾ, ਤਿੱਖਾ ਨੱਕ, ਲੰਮੀ ਧੌਣ, ਇੰਜ ਜਿਵੇਂ ਉਹਦੀ ਪ੍ਰਤੱਖ ਮੂਰਤ ਉਹਦੇ ਅੰਦਰ ਉਕਰੀ ਗਈ ਹੋਵੇ, ਛਪ ਗਈ ਹੋਵੇ। ਕਈ ਵਾਰ ਗਲੀ ਵਿੱਚੋਂ ਤੁਰਿਆਂ ਜਾਂਦਿਆਂ ਉਹਨੂੰ ਇੰਜ ਭੁਲੇਖਾ ਪੈਂਦਾ ਜਿਵੇਂ ਭਾਨੀ ਉਹਦੇ ਮਗਰ ਤੁਰੀ ਆਉਂਦੀ ਹੋਵੇ। ਉਹ ਖੜੋ ਕੇ ਪਿਛਾਂਹ ਤੱਕਦਾ, ਪਰ ਫਿਰ ਆਪੇ ਉਦਾਸ ਜਿਹਾ ਹੋ ਕੇ ਓਪਰੀ ਜਿਹੀ ਮੁਸਕਾਨ ਹੋਠਾਂ 'ਤੇ ਲਿਆ ਕੇ ਤੁਰ ਪੈਂਦਾ। ਹੁਣ ਇਸ ਤਰ੍ਹਾਂ ਮਤਲਬ ਉਸ ਦੇ ਸਾਹਮਣੇ ਬੇਸ਼ੱਕ ਉਸਨੇ ਭਾਨੀ ਦਾ ਚਿਹਰਾ ਨਹੀਂ ਵੇਖਿਆ ਸੀ, ਪਰ ਉਸਨੇ ਜਿਵੇਂ ਭਾਨੀ ਦੇ ਜੋ ਚਿਹਰੇ ਦਾ ਆਕਾਰ ਉਸ ਦੇ ਸਾਹਮਣੇ ਖੁਦ ਉੱਕਰ ਆਇਆ ਸੀ ਕਿ ਉਸ ਦੀਆਂ ਮੁਸਕਾਨ ਬੁੱਲੀਆਂ, ਤਿੱਖੀਆਂ ਮੋਟੀਆਂ ਸ਼ਾਹ ਕਾਲੀਆਂ ਅੱਖਾਂ ਨੇ, ਚੰਨ ਵਰਗਾ ਉਸਦਾ ਮੱਥਾ, ਤਿੱਖਾ ਨੱਕ, ਇਹ ਉਸਦੀ ਸ਼ਕਲ ਜੋ ਉਸਦੀ ਮੂਰਤ ਸੀ ਜਗਸੀਰ ਦੇ ਮਨ ਅੰਦਰ ਉਕਰੀ ਗਈ ਸੀ। ਤੇ ਜਦੋਂ ਉਹ ਗਲੀ ਵਿੱਚੋਂ ਤੁਰਿਆ ਜਾਂਦਾ ਸੀ ਤੇ ਕਦੇ ਉਸਨੂੰ ਇਹ ਵੀ ਭਰਮ ਪੈਂਦਾ ਸੀ ਕਿ ਜਿਵੇਂ ਭਾਨੀ ਉਸਦੇ ਪਿੱਛੇ ਤੁਰੀ ਆ ਰਹੀ ਹੋਵੇ, ਪਰ ਜਦੋਂ ਪਿੱਛੇ ਵੇਖਦਾ ਸੀ ਤੇ ਪਿੱਛੇ ਕੋਈ ਨਹੀਂ ਹੁੰਦਾ ਸੀ, ਫਿਰ ਆਪੇ ਉਦਾਸ ਜਿਹਾ ਹੋ ਜਾਂਦਾ ਸੀ ਤੇ ਫਿਰ ਅੱਗੇ ਤੁਰ ਪੈਂਦਾ ਸੀ। ਹੁਣ ਨੈਕਸਟ ਬੇਟਾ ਪੇਜ ਨੰਬਰ 26 ਤੇ ਪਹਿਲੇ ਅਸੀਂ ਵਰਡ ਮੀਨਿੰਗ ਨੋਟ ਕਰਾਂਗੇ। ਜਿਵੇਂ ਇਸ ਪੈਰੇ ਵਿੱਚ ਫਸਟ ਵਰਡ ਆਇਆ ਬੋਤੇ, ਬੋਤਾ ਊਠ ਨੂੰ ਕਿਹਾ ਜਾਂਦਾ ਹੈ। ਨੈਕਸਟ ਵਰਡ ਨਰਮ ਉਮਰ ਦਾ, ਨਰਮ ਉਮਰ ਛੋਟੀ ਉਮਰ। ਬਿਤਰ ਬਿਤਰ ਵੇਖਣਾ, ਹੈਰਾਨੀ ਨਾਲ ਵੇਖਣਾ। ਮੁਹਾਰ ਲਗਾਮ। ਨੈਕਸਟ ਬੇਟਾ ਕੀਲੇ ਹੋਏ ਸੱਪ ਵਾਂਗ, ਕੀਲੇ ਹੋਏ ਸੱਪ ਵਾਂਗ ਮਤਲਬ ਵਸ ਵਿੱਚ ਕੀਤੇ ਹੋਏ ਸੱਪ ਵਾਂਗ। ਨੈਕਸਟ ਵਰਡ ਹੈ ਦੋਜਕੀਆ, ਦੋਜਕ ਵੈਸੇ ਨਰਕ ਸ਼ਬਦ ਹੁੰਦਾ ਹੈ, ਹੁਣ ਇੱਥੇ ਵਰਡ ਹੈ ਦੋਜਕੀਆ, ਪਾਪੀਆ, ਨਰਕੀਆ, ਠੀਕ ਹੈ। ਨੈਕਸਟ ਬੇਟਾ ਵਰਡ ਹੈ ਜਰਕਾਟਾ, ਜਰਕਾਟਾ ਆਵਾਜ਼, ਨੇਮ ਪਾ ਲੈਂਦਾ, ਆਪਣੇ ਆਪ ਨਾਲ ਪ੍ਰਣ ਕਰ ਲੈਂਦਾ। ਵਿਸਰ ਜਾਂਦੇ, ਭੁੱਲ ਜਾਂਦੇ। ਉਜਾੜ ਪਿਆ, ਸੁਨਸਾਨ, ਠੀਕ ਹੈ। ਨੈਕਸਟ ਹੁਣ ਬੇਟਾ ਅਸੀਂ ਪੇਜ ਨੰਬਰ 26 ਦੀ ਰੀਡਿੰਗ ਕਰਾਂਗੇ। ਇਹ ਜੋ ਉੱਪਰ ਵਾਲੀਆਂ ਲਾਈਨਾਂ ਨੇ ਅਸੀਂ ਪੇਜ ਨੰਬਰ 25 ਦੇ ਨਾਲ ਰੀਡ ਕਰ ਚੁੱਕੇ ਹਾਂ, ਓਕੇ। ਨੈਕਸਟ ਬੇਟਾ ਮਹੀਨੇ ਪਿੱਛੋਂ ਭਾਨੀ ਦਾ ਭਰਾ ਉਹਨੂੰ ਲੈਣ ਆਇਆ ਤਾਂ ਨਿੱਕਾ ਉਹਨਾਂ ਦੋਹਾਂ ਨੂੰ ਬੋਤੇ ਉੱਤੇ ਛੱਡਣ ਗਿਆ। ਭਾਨੀ ਦਾ ਭਰਾ ਨਰਮ ਉਮਰ ਦਾ ਮੁੰਡਾ ਹੀ ਸੀ। ਉਦੋਂ ਜਗਸੀਰ ਆਪਣੇ ਖੇਤ ਕਣਕ ਗੋੜਦਾ ਸੀ। ਭਾਨੀ ਨੇ ਉਹ ਮੂੰਹ ਵਿਖਾਈ ਵਾਲੇ ਦਿਨ ਵਾਲੇ ਕੱਪੜੇ ਪਾਏ ਹੋਏ ਸਨ। ਦੂਰੋਂ ਜਦੋਂ ਜਗਸੀਰ ਦੀ ਨਿਗਾਹ ਉਹਦੇ ਉੱਤੇ ਪਈ ਤਾਂ ਕੰਮੋਂ ਹਟ ਕੇ ਬਿਤਰ ਭਾਨੀ ਵੱਲ ਤੱਕਣ ਲੱਗ ਪਿਆ। ਉਹਨੂੰ ਨਾ ਮੁਹਾਰ ਫੜੀ ਜਾਂਦੇ ਨਿੱਕੇ ਦਾ ਖਿਆਲ ਆਇਆ ਤੇ ਨਾ ਹੀ ਭਾਨੀ ਦੇ ਪਿੱਛੇ ਬੈਠੇ ਉਹਦੇ ਭਰਾ ਦਾ। ਭਾਨੀ ਨੇ ਇੱਕ ਵਾਰੀ ਸਿੱਧਾ ਜਗਸੀਰ ਦੀਆਂ ਅੱਖਾਂ ਵਿੱਚ ਤੱਕਿਆ ਤੇ ਫਿਰ ਕਾਣਾ ਘੁੰਡ ਕੱਢ ਕੇ ਮੁਸਕਾ ਪਈ, ਪਰ ਘੁੰਡ ਵਿੱਚੋਂ ਹੱਸਦੀ ਖੱਬੀ ਅੱਖ ਜਗਸੀਰ ਨੂੰ ਆਪਣੀਆਂ ਦੋਹਾਂ ਅੱਖਾਂ ਦੇ ਪਾਰ-ਸਾਰ ਵਰਮੇ ਵਾਂਗ ਖੁੱਭਦੀ ਜਾਪੀ। ਉਹ ਕੀਲੇ ਸੱਪ ਵਾਂਗ ਇੱਕ ਪਲ ਅੱਖਾਂ ਕੱਢ ਕੇ ਉਵੇਂ ਝਾਕਦਾ ਰਿਹਾ।
ਹੁਣ ਜਦੋਂ 1 ਮਹੀਨੇ ਪਿੱਛੋਂ ਭਾਨੀ ਦਾ ਭਰਾ ਉਸ ਨੂੰ ਨਾਲ ਲੈਣ ਆਉਂਦਾ ਹੈ ਪੇਕੇ ਘਰ ਜਾਣ ਵਾਸਤੇ, ਤਾਂ ਉਸ ਸਮੇਂ ਨਿੱਕਾ ਉਹਨਾਂ ਨੂੰ ਬੋਤੇ 'ਤੇ ਛੱਡਣ ਜਾਂਦਾ ਹੈ, ਊਠ ਦੇ ਉੱਪਰ ਛੱਡਣ ਜਾਂਦਾ ਹੈ, ਕਿਉਂਕਿ ਭਾਨੀ ਦਾ ਛੋਟਾ ਭਰਾ ਆਇਆ ਸੀ ਅਤੇ ਉਸ ਦੀ ਉਮਰ ਵੀ ਅਜੇ ਛੋਟੀ ਸੀ। ਉਹ ਜਦੋਂ ਨਿੱਕਾ ਨਾਈ ਉਹਨਾਂ ਦੋਹਾਂ ਨੂੰ ਭਾਨੀ ਤੇ ਉਸਦੇ ਛੋਟੇ ਭਰਾ ਨੂੰ ਊਠ 'ਤੇ ਛੱਡਣ ਜਾਂਦਾ ਹੈ, ਤਾਂ ਉਸ ਸਮੇਂ ਜਗਸੀਰ ਆਪਣੇ ਖੇਤ ਵਿੱਚ ਕਣਕ ਗੋਡਦਾ ਸੀ ਅਤੇ ਉਹ ਵੇਖਦਾ ਹੈ ਕਿ ਭਾਨੀ ਨੇ ਉਸ ਦਿਨ ਵੀ ਉਹੀ ਮੂੰਹ ਵਿਖਾਈ ਵਾਲੇ ਦਿਨ ਵਾਲੇ ਕੱਪੜੇ ਪਾਏ ਹੋਏ ਸਨ, ਅਤੇ ਇਸ ਕਰਕੇ ਜਗਸੀਰ ਜਿਵੇਂ ਬੜੀ ਹੈਰਾਨੀ ਜੀ ਨਾਲ ਬਿਤਰ ਪਿਤਰ ਭਾਨੀ ਵੱਲ ਤੱਕਣ ਲੱਗ ਪੈਂਦਾ ਹੈ। ਜਦੋਂ ਭਾਨੀ ਵੱਲ ਵੇਖਦਾ ਹੈ, ਨਾ ਤਾਂ ਉਸਦੇ ਮਨ ਵਿੱਚ ਇਹ ਖਿਆਲ ਹੁੰਦਾ ਹੈ ਕਿ ਨਿੱਕਾ ਉਸ ਦੇ ਨਾਲ ਹੈ ਅਤੇ ਉਸਦਾ ਭਰਾ ਵੀ ਉਸ ਦੇ ਨਾਲ ਹੈ। ਠੀਕ ਹੈ, ਮਤਲਬ ਉਹ ਜਿਵੇਂ ਇੱਕ ਕੋਈ ਇਨਸਾਨ ਨੂੰ ਕਿਸੇ ਨੂੰ ਵੱਸ ਵਿੱਚ ਕਰ ਲੈਂਦਾ, ਇਸ ਤਰ੍ਹਾਂ ਅੱਖਾਂ ਕੱਢ ਕੇ ਭਾਨੀ ਵੱਲ ਝਾਕਦਾ ਰਹਿੰਦਾ ਹੈ। ਨੈਕਸਟ ਬੇਟਾ, ਜਦੋਂ ਨਿੱਕੇ ਦਾ ਹੋਕਰਾ ਸੁਣਿਆ ਤਾਂ ਉਹਦਾ ਧਿਆਨ ਟੁੱਟ ਗਿਆ। ਕਿਵੇਂ ਹੈ ਦੋਜ ਕੀਆ ਤਕੜੇ ਹੈ, ਕਿਰਪਾ ਤੇਰੀ ਬਾਈ, ਜਗਸੀਰ ਨੇ ਬੇਧਿਆਨੀ ਜਹੀ ਨਾਲ ਆਖਿਆ ਤੇ ਨੀਵੀਂ ਪਾ ਕੇ ਆਪਣੇ ਕੰਮ ਲੱਗ ਗਿਆ। ਥੋੜਾ ਅਗਾਂਹ ਲੰਘ ਗਿਆ। ਜਗਸੀਰ ਨੂੰ ਬੋਤੇ ਦੇ ਹੱਡਾਂ ਦਾ ਜਰਕਾਟਾ ਕਿੰਨਾ ਚਿਰ ਸੁਣਦਾ ਰਿਹਾ, ਪਰ ਉਸ ਮੁੜ ਸਿਰ ਉਤਾਂਹ ਕਰਕੇ ਉੱਧਰ ਨਾ ਤੱਕਿਆ। ਉਹਨੂੰ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਭਾਨੀ ਦੀ ਅੱਖ ਨੇ ਉਹਦੀਆਂ ਦੋਵੇਂ ਅੱਖਾਂ ਵਿੰਨ੍ਹ ਦਿੱਤੀਆਂ ਸਨ ਅਤੇ ਹੁਣ ਉਹ ਤੋਂ ਚੰਗੀ ਤਰ੍ਹਾਂ ਝਾਕਿਆ ਨਹੀਂ ਸੀ ਜਾਂਦਾ। ਫਿਰ ਜਦੋਂ ਉਹ ਜਗਸੀਰ ਅੱਖਾਂ ਕੱਢ ਕੇ ਭਾਨੀ ਵੱਲ ਵੇਖ ਰਿਹਾ ਹੁੰਦਾ ਹੈ, ਅਤੇ ਜਦੋਂ ਨਿੱਕੇ ਦੀ ਆਵਾਜ਼ ਸੁਣਦਾ ਹੈ, ਹੋਕਰਾ ਸੁਣਦਾ ਹੈ, ਕਿਵੇਂ ਇਹ ਦੋਜ ਕੀਆ ਤਕੜਾ ਹੈ, ਅਤੇ ਉਸ ਸਮੇਂ ਉਸ ਦਾ ਧਿਆਨ ਟੁੱਟ ਜਾਂਦਾ ਹੈ। ਠੀਕ ਹੈ, ਫਿਰ ਜਦੋਂ ਬੇਸ਼ੱਕ ਬੋਤਾ ਜੋ ਊਠ ਸੀ ਉਹ ਅੱਗੇ ਲੰਘ ਵੀ ਜਾਂਦਾ ਹੈ, ਪਰ ਜਗਸੀਰ ਦੇ ਕੰਨਾਂ ਵਿੱਚ ਬੋਤੇ ਦੇ ਹੱਡਾਂ ਜੋ ਊਠ ਦੇ ਜੋ ਹੱਡ ਸਨ ਉਸ ਦੇ ਹੱਡਾਂ ਦੀ ਆਵਾਜ਼ ਕਿੰਨਾ ਚਿਰ ਉਸ ਦੇ ਕੰਨਾਂ ਵਿੱਚ ਪੈਂਦੀ ਰਹਿੰਦੀ ਹੈ, ਪਰ ਉਹ ਮੁੜ ਉਤਾਂਹ ਆਪਣਾ ਸਿਰ ਚੁੱਕ ਕੇ ਨਹੀਂ ਵੇਖ ਸਕਿਆ, ਕਿਉਂਕਿ ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜੋ ਭਾਨੀ ਦੀ ਤੱਕਣੀ ਸੀ, ਠੀਕ ਹੈ, ਉਸਨੇ ਜਗਸੀਰ ਦੀਆਂ ਦੋਵੇਂ ਅੱਖਾਂ ਹੀ ਵਿੰਨ੍ਹ ਦਿੱਤੀਆਂ ਹੋਣ ਅਤੇ ਉਸ ਕੋਲੋਂ ਜਿਵੇਂ ਹੁਣ ਉੱਪਰ ਵੇਖ ਕੇ ਚੰਗੀ ਤਰ੍ਹਾਂ ਨਹੀਂ ਵੇਖਿਆ ਜਾਣਾ ਸੀ। ਨੈਕਸਟ ਬੇਟਾ, ਉਹਦੇ ਰਾਤ ਜਗਸੀਰ ਕੀਲੇ ਕੇ ਵਾੜੇ ਵਿੱਚ ਸੁੱਤਾ। ਕੀਲੇ ਨੇ ਉਹਦੇ ਤੌਰ ਵੇਖ ਕੇ ਉਹਨੂੰ 2 ਘੁੱਟਾਂ ਵੀ ਪਿਆ ਦਿੱਤੀ, ਪਰ ਜਗਸੀਰ ਨੂੰ ਫਿਰ ਵੀ ਸਾਰੀ ਰਾਤ ਨੀਂਦ ਨਾ ਆਈ। ਭਾਨੀ ਸਾਰਾ ਸਾਲ ਪੇਕਿਆਂ ਤੋਂ ਨਾ ਮੁੜੀ। ਇਹ 2.5-3 ਮਹੀਨੇ ਜਗਸੀਰ ਸੁੰਨਾ ਜਿਹਾ ਹੋ ਕੇ ਤੁਰਿਆ ਫਿਰਦਾ ਰਿਹਾ, ਕਿਤੇ ਉਹਦਾ ਜੀ ਨਹੀਂ ਸੀ ਲੱਗਦਾ। ਕਦੇ ਜਦੋਂ ਉਹ ਬਹੁਤ ਉਦਾਸ ਹੋ ਜਾਂਦਾ ਤਾਂ ਨਿੱਕੇ ਕੇ ਘਰ ਵੱਲ ਤੁਰ ਪੈਂਦਾ, ਪਰ ਜਦੋਂ ਉਹਨੂੰ ਯਾਦ ਆਉਂਦਾ ਕਿ ਭਾਨੀ ਪੇਕੇ ਗਈ ਹੋਈ ਸੀ ਤਾਂ ਰਾਹ ਵਿੱਚੋਂ ਹੀ ਮੁੜ ਆਉਂਦਾ। ਕਈ ਵਾਰ ਘਰੇ ਜਾ ਕੇ ਨਿੱਕੇ ਦੀ ਮਾਂ ਨਾਲ ਗੱਲਾਂ ਕਰਕੇ ਮੁੜਦਾ। ਜਿੰਨਾ ਚਿਰ ਉਹ ਉਹਨਾਂ ਦੇ ਘਰ ਖੜੋਤਾ ਰਹਿੰਦਾ, ਉਹਨੂੰ ਰੋਟੀਆਂ ਪਕਾਉਂਦੀ, ਭਾਂਡੇ ਮਾਂਜਦੀ ਅਤੇ ਹੋਰ ਨਿੱਕਾ ਮੋਟਾ ਕੰਮ ਕਰਦੀ ਭਾਨੀ ਦੇ ਭੁਲੇਖੇ ਪੈਂਦੇ ਰਹਿੰਦੇ। ਆਪਣੀ ਇਹੋ ਜਿਹੀ ਓਪਰੀ ਹਾਲਤ ਦੀ ਉਹਨੂੰ ਕੋਈ ਸਮਝ ਨਾ ਪੈਂਦੀ ਅਤੇ ਉਹ ਨੇਮ ਪਾ ਲੈਂਦਾ ਕਿ ਹੁਣ ਜਿੰਨਾ ਚਿਰ ਭਾਨੀ ਨਹੀਂ ਆਉਂਦੀ ਨਿੱਕੇ ਦੇ ਘਰ ਨਹੀਂ ਜਾਏਗਾ। ਪਰ 5ਵੇਂ-7ਵੇਂ ਦਿਨ ਫਿਰ ਆਪਣੇ ਸਾਰੇ ਨੇਮ ਵਿਸਰ ਜਾਂਦੇ। ਬੜੀ ਔਖ ਨਾਲ ਉਹਨੇ ਇਹ ਦਿਨ ਕੱਟੇ ਅਤੇ ਜਿਵੇਂ ਭਾਨੀ ਆਈ ਉਹਦੇ ਭਾ ਦਾ ਸਾਰੇ ਪਿੰਡ ਦਾ ਰੰਗ ਰੂਪ ਹੀ ਬਦਲ ਗਿਆ। ਉਜਾੜ ਪਿਆ ਪਿੰਡ ਛਪਾਰ ਦਾ ਮੇਲਾ ਬਣ ਗਿਆ। ਫਿਰ ਇਸ ਤਰ੍ਹਾਂ ਬੇਟਾ ਜਦੋਂ ਭਾਨੀ ਆਪਣੇ ਪੇਕੇ ਘਰ ਜਾਂਦੀ ਹੈ ਤਾਂ ਉਹ ਸਾਰਾ ਸਿਆਲ ਪੇਕਿਆਂ ਤੋਂ ਨਹੀਂ ਮੁੜਦੀ, ਪਰ ਜਗਸੀਰ ਦੇ ਲਈ ਇਹ 2.5-3 ਮਹੀਨੇ ਜੋ ਕੱਟਣੇ ਬੜੇ ਔਖੇ ਸੀ। ਉਸਦਾ ਜੀ ਨਹੀਂ ਸੀ ਲੱਗਦਾ। ਬੇਸ਼ੱਕ ਉਹ ਨਿੱਕੇ ਦੇ ਘਰ ਜਾਂਦਾ ਸੀ, ਉੱਥੇ ਨਿੱਕੇ ਦੀ ਮਾਂ ਦੇ ਨਾਲ ਗੱਲਾਂ ਕਰਦਾ ਸੀ, ਪਰ ਜਦੋਂ ਉਸਦੇ ਘਰ ਜਾਂਦਾ ਸੀ ਤਾਂ ਉਹ ਘਰ ਵਿੱਚ ਵੀ ਉਸਨੂੰ ਭਾਨੀ ਦੇ ਭੁਲੇਖੇ ਪੈਂਦੇ ਸਨ। ਠੀਕ ਹੈ, ਫਿਰ ਉਹ ਆਪਣੇ ਮਨ ਵਿੱਚ ਇਹ ਪ੍ਰਣ ਕਰਦਾ ਸੀ ਕਿ ਉਹ ਨਿੱਕੇ ਦੇ ਘਰ ਨਹੀਂ ਜਾਵੇਗਾ, ਪਰ ਫਿਰ 5ਵੇਂ-7ਵੇਂ ਦਿਨ ਫਿਰ ਨਿੱਕੇ ਦੇ ਘਰ ਚਲਾ ਜਾਂਦਾ ਸੀ। ਇਸ ਤਰ੍ਹਾਂ ਬੜੀ ਮੁਸ਼ਕਿਲ ਦੇ ਨਾਲ ਆਪਣੇ ਦਿਨ ਕੱਟਦਾ ਹੈ ਅਤੇ ਜਦੋਂ ਉਸਨੂੰ ਇਹ ਸਪਸ਼ਟ ਹੁੰਦਾ ਹੈ ਕਿ ਭਾਨੀ ਆਪਣੇ ਪੇਕਿਆਂ ਤੋਂ ਵਾਪਸ ਆ ਗਈ ਹੈ ਅਤੇ ਉਸਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਉਸਦਾ ਉਜਾੜ ਪਿਆ ਪਿੰਡ ਛਪਾਰ ਦਾ ਮੇਲਾ ਬਣ ਗਿਆ ਹੋਵੇ, ਮਤਲਬ ਉਸਨੂੰ ਅੰਦਰੂਨੀ ਤੌਰ 'ਤੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ। ਓਕੇ ਬੇਟਾ, ਹੁਣ ਪੇਜ ਨੰਬਰ 26 ਤੱਕ ਸਾਡੀ ਰੀਡਿੰਗ ਕੰਪਲੀਟ ਹੋ ਗਈ ਹੈ ਅਤੇ ਤੁਸੀਂ ਪੇਜ ਨੰਬਰ 19 ਤੋਂ ਲੈ ਕੇ 26 ਤੱਕ ਸਾਰੇ ਪੇਜ ਚੰਗੀ ਤਰ੍ਹਾਂ ਫਿਰ ਰਿਵਾਈਜ਼ ਕਰਨੇ ਨੇ, ਰੀਡ ਕਰਨੇ ਨੇ ਅਤੇ ਨਾਲ ਹੀ ਨੈਕਸਟ ਪੇਜ ਨੰਬਰ 27, 28 ਅਤੇ 29 ਦੇ ਵਰਡ ਮੀਨਿੰਗ ਵੀ ਪਲਾਨ ਕਰਨੇ ਨੇ। ਓਕੇ ਬੇਟਾ, ਥੈਂਕ ਯੂ।